परम सत्कारयोग सतगुरां दी साजी निवाजी गुरु रूप प्यारी गुरु सवारी साध संगत जी। बख्शिंद परमात्मा दी रहमत दे नाल अमृत वेले दियां सुभाग घड़ियां प्राप्त होईयां हन। सतगुरां ने जिस भी प्राणी के उपर किरपा सतगुरां दी हुंदी है, उन्हां नूं सतसंगत दीयां घड़ियां प्राप्त हुंदियां ने अते सतसंगी गुरमुख जन इन्हां घड़ियां दा पूरा लाहा प्राप्त करते हैं। लाहा खाट होई है धनवंता अपना प्रभु ध्याई है। गुरमुख लाहा लै गए मनमुख चले मोल गवाए जियो। गुरमुख जिहड़े ने वो अपने पूरे दे पूरे जीवन का लाहा लेंदे हन। पूरे दे पूरे जीवन का रस है जिहड़ा वो प्राप्त करते हैं। मनमुख बंदियां की निशानी है कि अपने इस जीवन के रस नूं बिल्कुल वो बेरसा करके रख दिंदे ने। अपने नाम नूं बिल्कुल वो बेरसा कर दिंदे हन। ते जिस दे विच रस कोई नहीं, बेरसे जीवन नूं समाज दे विच समाजिक लैवल ते कोई परवान नहीं करता, जिहड़े जीवन का कोई रस नहीं है। गुरु साहिब जी महाराज किरपा करते ने कि अपने इस सुचज्जे जीवन का पूरे का पूरा लाहा किवें लैना है, ये सेध अकाल पुरख महाराज जी गुरमुख जनां नूं बख्शदे हन। ते जन्म जिहड़ा है वो सवारिया जांदा है। जन्म सवार लेना ये अकाल पुरख महाराज जियां दे हुक्म दे अनुसार ही जिहड़े अपना जीवन बतीत करते ने, उन्हां दे जीवन नूं तमाम समाज दे विच सजदा हुंदियां ने। जिन्हां ने अपने जीवन नूं बेरसा कीता होया है ते इहो जे बेरसे जीवन नूं समाज दे विच बड़ियां लानतां पैंदियां ने। 100 उलामे दिनै के राती मिलन सहंस, सिफत सलाहन छड्ड के करंगी लगा हंस। गुरु साहिब जी महाराज कहते ने तैनू एक परम हंस वाला जीवन जिहड़ा है वो तैनू दिता सी, पर अज इहो जिहा जीवन लेके तो बिल्कुल करंगां ते जाके बैठ गया है। तो तैनू परमहंस का जीवन जिहड़ा मिलिया सी करंगां ते बैठण वास्ते नहीं, ये ते मान सरोवर ते बैठण वास्ते मिलिया सी। पर जो कुछ मिलिया उस दे पूर्ण रूप दे विच साਂਭ संभाल करनी ये किसी विरले मनुख दे हिस्से दे विच आई है। वरना ते लोभ ते हंकार दे अंदर ते सारी दी सारी दुनिया अपना जीवन है जिहड़ा वो बतीत करदी है। गुरु साहिब जी महाराज दे नाल जद गुरु नानक देव साहिब जी महाराज संसारक दे दक्षिण देश हरि का वासा पश्चिम अलय मुकामा, दक्षिण देश की धरती की यात्रा ते जदों गुरु नानक देव साहिब महाराज गए ने, उत्थे सैयद पीर अते जलालुद्दीन पीर
ਇਹ ਦੋ ਪੀਰਾਂ ਨੇ ਇੱਕ ਖੂਹ ਲਾਇਆ ਹੋਇਆ ਸੀ ਤੇ ਉਹ ਖੂਹ ਦੇ ਉੱਤੇ ਇਹਨਾਂ ਦੋਨਾਂ ਦਾ ਕਬਜ਼ਾ ਕੀਤਾ ਹੋਇਆ ਸੀ। ਖੂਹ ਦੇ ਉੱਪਰ ਅਕਸਰ ਇਹਨਾਂ ਨੇ ਆਪਣੇ ਸਿਪਾਹੀ ਬਿਠਾਏ ਹੋਏ ਸਨ, ਕਦੇ ਆਪ ਬਹਿੰਦੇ ਨੇ, ਕਦੇ ਸਿਪਾਹੀ ਬਿਠਾਉਂਦੇ ਹਨ। ਤੇ ਜਿਹੜਾ ਵੀ ਕੋਈ ਉਸ ਖੂਹ ਤੋਂ ਪਾਣੀ ਲੈਣ ਵਾਸਤੇ ਆਉਂਦਾ ਹੈ ਉਹਨੂੰ ਇਹ ਕਹਿੰਦੇ ਨੇ ਕਿ ਪਹਿਲੇ ਤੇ ਈਨ ਮੰਨ, ਫਿਰ ਦੀਨ ਮੰਨ, ਫਿਰ ਤੈਨੂੰ ਜਿਹੜਾ ਹੈ ਖੂਹ ਤੋਂ ਪਾਣੀ ਮਿਲੇਗਾ। ਪੁਰਾਣੇ ਜ਼ਮਾਨਿਆਂ ਦਾ ਉਹ ਸਮਾਂ, ਉਹਨਾਂ ਸਮਿਆਂ ਦੇ ਵਿੱਚ ਪਾਣੀ ਕਿਤੇ ਕਦਾਈ ਮਿਲਦਾ ਹੁੰਦਾ ਸੀ। ਹਰ ਇੱਕ ਨੂੰ ਜਿਹੜਾ ਸੀ ਪਾਣੀ ਬਹੁਤਾ ਨਹੀਂ ਮਿਲਦਾ ਹੁੰਦਾ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਚਲੇ ਗਏ। ਚਲੋ ਉੱਥੇ ਉਹਨਾਂ ਨੇ ਦੁਨੀਆ ਨੂੰ ਸੀ ਜਿਹੜਾ ਕੋਈ ਉਹਨਾਂ ਦੀ ਈਨ ਮੰਨਦਾ, ਕੋਈ ਉਹਨਾਂ ਦਾ ਦੀਨ ਮੰਨਦਾ, ਦੁਨੀਆ ਨੂੰ ਮੰਨਣਾ ਪੈਂਦਾ ਸੀ ਕਿਉਂਕਿ ਇੱਕੋ ਹੀ ਖੂਹ ਸੀਗਾ ਤੇ ਉੱਥੇ ਇਹਨਾਂ ਦੋਨੇ ਭਰਾਵਾਂ ਦਾ ਕਬਜ਼ਾ ਸੀ। ਤੇ ਪਾਣੀ ਤੋਂ ਬਿਨਾਂ ਮਨੁੱਖਤਾ ਦਾ ਜੀਵਨ ਜਿਹੜਾ ਹੈ ਉਹਨੂੰ ਅਧੂਰਾ ਮੰਨਿਆ ਗਿਆ। ਮਜਬੂਰਨ ਵਸ ਹਰ ਇੱਕ ਨੂੰ ਈਨ ਤੇ ਦੀਨ ਮੰਨਣਾ ਪੈਂਦਾ ਸੀ। ਈਨ ਕਹਿੰਦੇ ਨੇ ਗੱਲ ਮੰਨਣ ਨੂੰ, ਕਿ ਤੂੰ ਬਾਕੀ ਦੀਆਂ ਸਾਰੀਆਂ ਗੱਲਾਂ ਛੱਡ, ਪਹਿਲਾਂ ਮੇਰੀ ਗੱਲ ਮੰਨ, ਉਹਨੂੰ ਕਹਿੰਦੇ ਨੇ ਈਨ ਮੰਨਣੀ। ਤੇ ਦੀਨ ਮੰਨਣਾ ਉਸ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਧਰਮ ਦੇ ਅੰਦਰ ਪ੍ਰਵੇਸ਼ ਕਰ ਜਾ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਗੁਰਬਾਣੀ ਨੇ ਇਸ ਗੱਲ ਦਾ ਹਵਾਲਾ ਦਿੱਤਾ ਹੈ ਕਿ ਤੁਸੀਂ ਆਪਣੇ ਧਰਮ ਨੂੰ, ਆਪਣੀ ਜਗ੍ਹਾ ਨੂੰ ਵਿਸਾਰ ਕੇ ਬਹੁਤਾ ਭੋਜਨ ਛਕ ਛਕ ਕੇ ਤੁਸੀਂ ਪਸ਼ੂਆਂ ਦੀ ਤਰ੍ਹਾਂ ਬਿਲਕੁਲ ਹੀ ਸੁੱਤੇ ਰਹਿੰਦੇ ਹੋ। ਦੀਨ ਧਰਮ, ਈਨ ਗੱਲ ਮੰਨਣੀ। ਈਨ ਤੇ ਦੀਨ ਜਿਹੜਾ ਉਹਨਾਂ ਦਾ ਨਹੀਂ ਮੰਨਦਾ ਸੀ ਤੇ ਉਹਨੂੰ ਕਦੀ ਵੀ ਉਹ ਖੂਹ ਦੇ ਵਿੱਚੋਂ ਪਾਣੀ ਨਹੀਂ ਭਰਨ ਦਿੰਦੇ ਸੀ। ਤੇ ਮਜਬੂਰਨ ਵਸ ਲੋਕਾਂ ਨੂੰ ਸੀ ਜਿਹੜਾ ਉਹਨਾਂ ਦਾ ਈਨ ਵੀ ਮੰਨਣੀ ਪੈਂਦੀ ਸੀ, ਭਾਵ ਉਹਨਾਂ ਦੀ ਗੱਲ ਵੀ ਮੰਨਣੀ ਪੈਂਦੀ ਸੀ, ਤੇ ਦੀਨ ਉਹਨਾਂ ਦੇ ਧਰਮ ਦੇ ਅੰਦਰ ਵੀ ਉਹਨਾਂ ਨੂੰ ਪ੍ਰਵੇਸ਼ ਕਰਨਾ ਪੈਂਦਾ ਸੀ। ਇੱਕ ਤੇ ਮਨੁੱਖ ਨੇ ਆਪਣੇ ਧਰਮ ਦੀ ਸਿੱਖਿਆ ਦੇ ਦੇ ਕੇ ਕਿਸੇ ਨੂੰ ਆਪਣੇ ਧਰਮ ਦੇ ਅੰਦਰ ਲੈ ਕੇ ਆਉਣਾ, ਸ੍ਰੇਸ਼ਟਤਾ ਦੇ ਵਿੱਚ ਲੈ ਕੇ ਆਉਣਾ। ਇੱਕ ਨੇ ਕਿਸੇ ਨੂੰ ਮਜਬੂਰ ਕਰਕੇ ਆਪਣੇ ਧਰਮ ਦੇ ਅੰਦਰ ਲੈ ਕੇ ਆਉਣਾ। ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਅੰਤਰਾਲ ਬਹੁਤ ਹੈ। ਇੱਕ ਤੇ ਆਪਣੇ ਧਰਮ ਦੀ ਸਿੱਖਿਆ ਦੇ ਦੇ ਕੇ, ਆਪਣੇ ਧਰਮ ਦੇ ਹਵਾਲੇ ਦੇ ਦੇ ਕੇ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ। ਇੱਕ ਕਿਸੇ ਨੂੰ ਮਜਬੂਰਨ ਕਰਕੇ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਕਦੀ ਵੀ ਕਿਸੇ ਨੂੰ ਉਹਦੀ ਜ਼ਿੰਦਗੀ ਦੇ ਉੱਤੇ ਮਜਬੂਰਨ ਨਾ ਕਰੋ, ਮਜਬੂਰਨ ਕਰਕੇ ਕਦੇ ਵੀ ਉਹਨੂੰ ਲੈ ਕੇ ਨਾ ਆਓ। ਹਾਂ, ਤੁਸੀਂ ਆਪਣੇ ਘਰਾਂ ਦੇ ਅਕਾਲ ਪੁਰਖ ਮਹਾਰਾਜੀਆਂ ਦੀ ਗੱਲਾਂ ਦੇ ਹਵਾਲੇ ਦਿੰਦੇ ਰਹੋ, ਆਪਣੇ ਧਰਮ ਦਾ ਤੁਸੀਂ ਪ੍ਰਚਾਰ ਕਰਦੇ ਰਹੋ, ਤੇ ਐਸਾ ਪ੍ਰਚਾਰ ਕਰਦੇ ਰਹੋ ਕਿ ਆਪਣੇ ਆਪ ਹੀ ਮਨੁੱਖ ਦਾ ਜਿਹੜਾ ਮਨ ਹੈ ਉਹ ਸ੍ਰੇਸ਼ਟ ਧਰਮ ਵੱਲ ਆ ਜਾਵੇਗਾ, ਸ੍ਰੇਸ਼ਟ ਧਰਮ ਦੇ ਵੱਲ ਆ ਜਾਵੇਗਾ। ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਪ ਸਾਰੀ ਸੰਗਤ ਨੂੰ ਪਤਾ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ 6 ਦਿਨ ਲਗਾਤਾਰ ਜਿਹੜਾ 1984 ਦਾ ਦੌਰ ਚੱਲਿਆ ਸੀ,
इस दौर के अंदर जिहड़े संत जरनैल सिंह भिंडरां वाले महापुरख सन, उन्हां दे कोल हरमंदर साहिब रहिंदियां एक हिंदू घराने नाल संबंधित लड़की सी जिहड़ी, वो संतां दे चरनां विच आई, हथ जोड़े संतां के, महापुरखां नूं कहण लगी, महापुरखों मेरी एक बेनती है कि मैं, मेरे मापे गरीब ने, मेरी शादी भी कीती, साजो समान भी दिता, पर सहुरियां ने मैनू दाज की खातर तंग परेशान करके घरों कढ़ दिता है। ते पर मैं हजे अपने मापिਆਂ कोल नहीं गई। मैं सोचा कि ते अति गरीबी दे विच अगे बहुत दुखी ने, मैं उन्हां नूं जाके होर किवें दुखी करा, ते मैं ते तुहाडे चरनां दे विच आई हां, तुसीं किरपा करके मेरी रखिया करो। ते संत जरनैल सिंह जी भिंडरां वाले महापुरख कहन लगे, कहंदे बेटी कोई गल नहीं, तू अज तो बाद साडी बेटी होई, तू इत्थे ही रह। इन्नी गल कही है संत महापुरखां ने। इधरों जिहड़े वो लड़की दे सहुरे सी उन्हां नूं भी पता लग गया कि जिहड़ी नूंह नूं असीं घरों कढिया सी वो ते संत जरनैल सिंह भिंडरां वाले महापुरखां कोल चली गई। ते संत जरनैल सिंह जी भिंडरां वाले महापुरखां ने उसनों बेटी कह के अपने कोल बिठा लिया, बेटी कह के। ते जिन्ना उन्हां दी जमीन जायदाद घर-बार दी सारियां रजिस्टरियां सन, सब कुछ उन्हां दे घर-बार दा सारा कुछ उहदे नाल उस लड़की दे नां करवा के उहदा सारा परिवार पूरी पंचायत नूं नाल लिजा के संत जरनैल सिंह भिंडरां वाले महापुरखां दे चरनां ते उन्हां ने सब कुछ रख दिता। महापुरखो महापुरख कहन लगे भाई की है, कह लगे जी ये तुहाडी बेटी दी जायदाद है, उहदे घर-बार दे कागज, उहदी जायदाद दे कागज ने, सब कुछ चरनां विच रख दिता। क्यों? क्योंकि संत जरनैल सिंह जी भिंडरां वाले महापुरख सी जिहड़े, महापुरखां ने जबरी किसी नूं अपने को लैके नहीं आंदा सी, हर एक दी मदद वास्ते खड़े हो जांदे सन। कोई भी उन्हां कोल मदद वास्ते जांदा ते वो किसी दा मजहब धर्म नहीं देख के उहदी मदद करदे सन, बस मदद करनी है तो करनी है। तो जब बेटी नूं कढिया, कह लगे बेटी, कहंदे हाँ जी ये बेटी साडी है, अज तो बाद असी अपने घर दे विच इहनूं कुछ भी नहीं कहांगे, सब कुछ सिर्फ संतां ने इक्को वचन कीता सी कि बेटी तू इत्थे रह, इन्नी गल ती। क्योंकि संत जरनैल सिंह जी भिंडरां वाले महापुरख एक ऐसी महान हस्ती होए ने कि जिन्हां वर्गी विद्या समाज दे विच किसे विरले वांझे कोले सी, ते अपनी विचारधारा दे नाल अपनी विचार जिथे लोड़ पैंदी सी उत्थे विचारधारा दे नाल जंग जित लैंदे सी, जिथे लोड़ पैंदी सी उत्थे हथियार भी चला लैंदे सी जदों लोड़ पई। क्योंकि विचारधारा दी भी एक जंग चलदी है, विचारधारा दी एक अपनी जंग हुंदी है, ते किसी नूं मजबूरन नहीं किया जा सकता। हाँ अपने धर्म दे हवाले दिंदे रहो, अकाल पुरख दे घर दियां श्रेष्ठ गल्लां करदे रहो, शौक दे नाल मनुख अपने आप ही आ जाएगा। मजबूरन नहीं किसी नूं किया जा सकता। ते ये दोने भरा सी जिहड़े ये मजबूर करदे सन कि पहले तो ईन मन, फिर साडा दीन मन, फिर तैनूं खूह दे विचों पानी मिलेगा। ईन भाव साडी गल मन, दीन भाव साडे धर्म दे अंदर प्रवेश हो जा। ते मजबूरन
ਲੋਕਾਂ ਦੀ ਮਜਬੂਰੀ ਦਾ ਇਹ ਬੜਾ ਫਾਇਦਾ ਚੁੱਕਦੇ ਸਨ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਯਾਤਰਾ 'ਤੇ ਗਏ ਨੇ, ਦੂਰ ਬੈਠੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਭੇਜਦੇ ਨੇ। ਮਰਦਾਨਿਆਂ ਉਹ ਉੱਚੀ ਟਿੱਬੀ 'ਤੇ ਇੱਕ ਖੂਹ ਲੱਗਿਆ ਹੋਇਆ, ਜਾਂ ਤੂੰ ਉੱਥੋਂ ਪਾਣੀ ਲੈ ਕੇ ਆ, ਪਾਣੀ ਲੈ ਕੇ ਆ। ਜਦੋਂ ਭਾਈ ਮਰਦਾਨਾ ਜੀ ਗਏ ਉੱਥੇ ਪਾਣੀ ਲੈਣ ਵਾਸਤੇ, ਤੇ ਉਹਨਾਂ ਨੇ ਤੇ ਇਹੋ ਹੀ ਗੱਲ ਕਹਿਣੀ ਸੀ ਕਿ ਪਹਿਲੇ ਈਨ ਮੰਨ ਫਿਰ ਦੀਨ ਮੰਨ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਇਹ ਜਿਹੜੇ ਭਾਈ ਮਰਦਾਨਾ ਸੀ, ਇਹ ਮਹਾਂਡਣ ਧਰਮ ਦੇ ਨਾਲ ਸੰਬੰਧਿਤ ਸਨ। ਕਹਿੰਦੇ ਤੂੰ ਕਿੱਥੋਂ ਆਇਆ, ਕਿਵੇਂ ਆਇਆ? ਇਹੋ ਜਿਹੀਆਂ ਗੱਲਾਂ ਕੀਤੀਆਂ ਭਾਈ ਮਰਦਾਨੇ ਨਾਲ ਪਾਣੀ ਤੋਂ ਵਾਪਸ ਭੇਜ ਦਿੱਤਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਨੂੰ ਫੇਰ ਭੇਜਦੇ ਹਨ। ਫਿਰ ਉਹਨਾਂ ਨੇ ਮਰਦਾਨੇ ਨੂੰ ਵਾਪਸ ਭੇਜ ਦਿੱਤਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਰਦਾਨੇ ਨੂੰ ਫੇਰ ਭੇਜਦੇ ਨੇ, ਮਰਦਾਨਿਆਂ ਚੱਲ ਇੱਕ ਵਾਰੀ ਇਹਨਾਂ ਕੋਲ ਹੋਰ ਜਾ ਕੇ ਆ, ਦੇਖਦੇ ਆ ਕਿ ਭਲਾ ਇਹ ਖੂਹ ਤੋਂ ਪਾਣੀ ਦਿੰਦੇ ਐ ਜਾਂ ਨਹੀਂ ਦਿੰਦੇ। ਇੱਕ ਪਾਸੇ ਇੱਕ ਖੂਹ ਦਾ ਪਾਣੀ ਹੈ, ਜਿੱਥੇ ਦੋ ਸਕੇ ਭਰਾਵਾਂ ਸੈਯਦ ਪੀਰ ਅਤੇ ਜਲਾਲੂਦੀਨ ਦਾ ਕਬਜ਼ਾ ਹੈ, ਤੇ ਦੀਨ ਤੇ ਈਨ ਮੰਨੀ ਤੋਂ ਬਿਨਾ ਉਹ ਕਿਸੇ ਨੂੰ ਪਾਣੀ ਭਰਨ ਨਹੀਂ ਦਿੰਦੇ। ਇੱਕ ਪਾਸੇ ਧੰਨ ਕਲਗੀਧਰ ਮਹਾਰਾਜ ਦਾ ਘਰ ਹੈ, ਜਿੱਥੇ ਦਮਦਮਾ ਸਾਹਿਬ ਤੇ ਬੈਠਿਆਂ ਨੇ ਭਾਈ ਡੱਲੇ ਨੂੰ ਕਿਹਾ ਸੀ, ਦੇਖ ਡੱਲਿਆ ਨਹਿਰਾਂ ਵਗਦੀਆਂ। ਇੱਕ ਪਾਸੇ ਕਲਗੀਧਰ ਮਹਾਰਾਜ ਨੇ, ਜਿਨ੍ਹਾਂ ਨੇ ਸਮਾਜ ਦੀ ਪੂਰਨ ਰੂਪ ਦੇ ਵਿੱਚ ਸਿਰਜਣਾ ਕੀਤੀ ਔਰ ਸਿਰਜੇ ਹੋਏ ਸਮਾਜ ਨੂੰ ਪੂਰਨ ਰੂਪ ਤੇ ਜੀਵਨ ਦਾਨ ਦੇਣ ਵਾਸਤੇ ਇਸ ਧਰਤੀ ਤੇ ਨਹਿਰਾਂ ਚਲਾਈਆਂ ਨੇ, ਤਾਂ ਕਿ ਕੋਈ ਪਾਣੀ ਦੀ ਕਿੱਲਤ ਨਾ ਰਹੇ। ਕੋਈ ਸਮਾਂ ਇਹੋ ਜਿਹਾ ਆਵੇ ਹੀ ਨਾ ਕਿ ਇਸ ਧਰਤੀ ਤੇ ਕਿਤੇ ਕਾਲ ਪਵੇ, ਕੋਈ ਸਮਾਂ ਨਾ ਆਵੇ, ਕਿਉਂਕਿ ਸਮਾਂ ਬਣਿਆ ਸੀ ਕੋਈ ਇਹਨਾਂ ਪੱਗ ਡੰਡੀਆਂ ਦੇ ਵਿੱਚ। ਇਹ ਜਿਹੜਾ ਮਾਲਵੇ ਦਾ ਇਹ ਏਰੀਆ ਸੀ, ਇਹ ਸਾਰਾ ਜੰਗਲ ਦਾ ਏਰੀਆ ਮੰਨਿਆ ਜਾਂਦਾ ਸੀ। ਇਹ ਸਾਰੇ ਦਾ ਸਾਰਾ ਏਰੀਆ ਇਹਨਾਂ ਏਰੀਆਂ ਦੇ ਵਿੱਚ ਸੀ, ਜਿਹੜਾ ਢੱਕ ਪਲਾਹ ਕਿਕਰੇ ਕਰੌਂਡੇ ਛੱਛਰੇ, ਇਹ ਸਾਰਾ ਕੁਝ ਇੱਥੇ ਹੁੰਦਾ ਸੀਗਾ। ਕੋਈ ਬਹੁਤੀ ਚੰਗੀ ਇੱਥੇ ਫਸਲ ਨਹੀਂ ਹੁੰਦੀ ਸੀ, ਜਿੰਨੇ ਏਰੀਏ ਦੇ ਵਿੱਚ ਅਸੀਂ ਬੈਠੇ ਆ, ਮਾਲਵੇ ਏਰੀਏ ਦੇ ਵਿੱਚ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਵੱਡਾ ਭਰਾਤਾ ਪਿਰਥੀ ਚੰਦ, ਜਦੋਂ ਪਿਰਥੀ ਚੰਦ ਨੂੰ ਪਤਾ ਲੱਗਿਆ ਸੀ ਨਾ ਕਿ ਰੰਘਰੇਟੇ ਗੁਰੂ ਕੇ ਬੇਟੇ, ਉਹ ਗੁਰੂ ਤੋਂ ਆਗਿਆ ਲੈ ਕੇ ਤੇ ਇੱਥੋਂ ਦਾ ਜਿਹੜਾ ਹਰਿਮੰਦਰ ਸਾਹਿਬ ਦਾ ਸਾਥੋਂ ਕਬਜ਼ਾ ਛਡਾਉਣ ਆ ਰਹੇ ਨੇ, ਉੱਥੋਂ ਫਿਰ ਉਹਨਾਂ ਨੇ ਰਾਤੋਂ ਰਾਤ ਜਿਹੜੇ ਧਨ ਦੇ ਤੇ ਪਦਾਰਥਾਂ ਦੇ ਗੱਡੇ ਭਰੇ ਸੀ, ਤੇ ਉਹ ਵੀ ਇਸ ਮਾਲਵੇ ਦੇ ਏਰੀਏ ਦੇ ਵਿੱਚ ਆ ਕੇ ਲੁਕੇ ਸੀਗੇ, ਤਾਂ ਕਿ ਸਾਨੂੰ ਕੋਈ ਮਾਰ ਨਾ ਸਕੇ। ਕਿਉਂਕਿ ਇਹ ਸਾਰੇ ਦਾ ਸਾਰਾ ਜਿਹੜਾ ਏਰੀਆ ਸੀ, ਜੰਗਲ ਦਾ ਏਰੀਆ ਵੱਜਦਾ ਸੀ, ਮਾਲਵਾ ਜੰਗਲ ਦਾ ਏਰੀਆ ਵੱਜਦਾ ਸੀ। ਤੇ ਜਦੋਂ ਕਲਗੀਧਰ ਮਹਾਰਾਜ ਜੀ ਇੱਧਰ ਆਏ ਨੇ, ਉਸ ਵਕਤ ਵੀ ਇਹ ਸਾਰੇ ਦਾ ਸਾਰਾ ਜੰਗਲ ਦਾ ਏਰੀਆ ਸੀਗਾ, ਤੇ ਪੱਗ ਡੰਡੀਆਂ ਦੇ ਵਿੱਚ ਰਾਜਾ ਸਾਹਿਬ ਦੀ ਬੱਘੀ ਲੰਘ ਰਹੀ ਸੀ। ਰਾਜਾ ਸਾਹਿਬ ਦੀ ਜਦੋਂ ਬੱਘੀ ਲੰਘਣ ਲੱਗੀ, ਤੇ ਰਸਤੇ ਦੇ ਵਿੱਚ ਸੀ ਜਿਹੜਾ ਛੋਟੇ ਜਿਹੇ ਨਿਦਾਨ ਬੱਚੇ ਨੇ ਬਿਸ਼ਟਾ ਗੰਦਗੀ ਕਰ ਦਿੱਤੀ। ਉਧਰੋਂ ਰਾਜਾ ਸਾਹਿਬ ਦੀ ਬੱਘੀ ਆ ਗਈ, ਉਹ ਮਾਤਾ ਦੇ ਹੱਥ ਦੇ ਵਿੱਚ ਤੇ ਹੋਰ ਕੁਛ ਨਾ ਆਇਆ, ਉਹਦੇ ਹੱਥ ਦੇ ਵਿੱਚ ਆਟਾ ਸੀ, ਤੇ ਉਹਨੇ ਆਟੇ ਦਾ ਵੁੱਕ ਸੀ ਜਿਹੜਾ ਗੰਦਗੀ ਤੇ ਪਾ ਦਿੱਤਾ। ਇੱਥੋਂ ਸੀ ਜਿਹੜਾ ਅੰਨ ਕਹਿਣ ਲੱਗਿਆ, ਜੇ ਤੁਸੀਂ ਇੰਨੀ ਬੇਅਬਦੀ ਮੇਰੀ ਕਰਦੇ ਹੋ, ਮੈਂ ਹੁਣ ਇਸ ਧਰਤੀ ਤੇ ਨਹੀਂ ਪੈਦਾ ਹੋਵਾਂਗਾ। ਬੰਦ ਹੋ ਗਿਆ ਸੀ ਬਿਲਕੁਲ। ਧੰਨ ਕਲਗੀਧਰ ਮਹਾਰਾਜ ਜਦੋਂ ਇੱਥੇ ਆਏ, ਨਿਮਰਤਾ ਸਹਿਤ ਬੇਨਤੀਆਂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਹੋਈਆਂ। ਮਹਾਰਾਜ ਇੱਥੇ ਤੇ ਅਨਾਜ ਪੈਦਾ ਨਹੀਂ ਹੁੰਦਾ ਬਹੁਤਾ ਜ਼ਿਆਦਾ। ਫਿਰ ਕਲਗੀਧਰ ਮਹਾਰਾਜ ਕਹਿਣ ਲੱਗੇ, ਕਹਿੰਦੇ ਇਹੋ ਜਿਹੋ ਜਿਹਾ ਅਨਾਜ, ਵੱਧ ਤੋਂ ਵੱਧ ਅਨਾਜ ਇਸ ਧਰਤੀ ਤੇ ਪੈਦਾ ਹੋਊਗਾ,
दुनिया दे भावें सारे टुकड़ियां ते काल पै जाण पर ऐस मालवे की धरती ते कदे काल नहीं पऊगा। बोलो सतनाम। अनेकां वर दमदमा साहिब कलगीधर महाराज ने दिते सी, जिस दे बदौलत अज असी बिल्कुल जरांद दे नाल इत्थे बैठे हां। भावें सारी दुनिया दे विच हड़ आई जाण, सारी दुनिया दे विच महापरलो आई जावे, सानू कोई फिक्र वाली गल नहीं है, आनंद दे विच बैठे हैं। एक वो सी जेड़े खूहां ते कब्जा करके कहंदे सी किसी नूं पानी नहीं देना। एक वो घर है जिन्हां ने मनुखता नूं अते पशु पंछियां दे वास्ते इस धरती दे उत्ते नहरां वगाईआं ने। इसलिए इस घर नूं सारे घरां दे विचों श्रेष्ठ घर मन्निया जाता है कि ये श्रेष्ठ है, सर्वोत्तम है, इस तो उच्चा होर कोई घर नहीं है। तीजी बार भाई मरदाने नूं उन्हां ने वापस मोड़ दिता। कह लगे जा तुहानूं एक बारी कह दिता कि असीं पानी नहीं देना, तुसीं ते किसे फकीर दे चेले हो, सानू की पता है कि फकीर कौन है। तेरे फकीर नूं लैके आ, पहले साडी ईन मन्ने, फिर साडा दीन मन्ने, फिर असीं खूह तो पानी देवांगे। ये समय का दौर चलिया सी उस टाइम जदों गुरु नानक देव साहब महाराज इस जगत का भरमण करते सी। ये समय का दौर चलिया सी उदों, जिन्हां टाइमां दे विच पानी तो बिना मनुख जी नहीं सकदा सी ते पानी वाले खूहां ते कब्जा सी उन्हां दा, जिहड़े अपना धक्के दे नाल दीन ते ईन मनाउंदे सी लोकां नूं। हजे मनुख गिला करदा है, शिकवे करदा है परमात्मा ते कि परमात्मा तू मैनूं कुछ नहीं दिता। गुरु साहिब जी महाराज कहंदे जिहड़ा तैनूं दिता होया है पहलां इस वल ध्यान दे कि तैनूं किन्ना कुछ बख्शिया होया है, किन्ना कुछ बख्शिया होया है। तू तो अपने आप नूं समाज दे विच चंगा खवाउणा शुरू कर दिता है कि दुनिया दे विच मैं ही चंगा है। गुरु साहिब जी गुरु अर्जन देव साहब महाराज कहते ने आप सको जो भला कहावै तिसै भलाई निकट ना आवे। जे तू अपने आप नूं भला खवाउणा ना कि मैं तो बहुत चंगा है, तिसै भलाई निकट ना आवे, तेरे ते भला पुरख तेरे ते कदे नेड़े नहीं आ सकदा। ये शब्द अपने आप नूं ही चंगा खवाना शुरू कर दिता। अकाल पुरख दे जिहड़े घर दी विचारधारा सी वो तो बिल्कुल तेरे जीवन दे नेड़े भी नहीं आई है, वो तो अपने जीवन दे तू बिल्कुल भी नज़दीक नहीं लेके आंदी। जो तैनूं परमात्मा ने दिता, अगरवाइज जे तू अपना भाव छड्ड के एक पासे रखे, फिर तैनूं अकाल पुरख महाराजियां दे घर दा पता लगूगा कि अकाल पुरख महाराज ने सानूं किन्ना कुछ बख्शिया होया है। ते जदों उन्हां ने भाई मरदाने नूं तीजी बार भी जवाब दिता, बड़े बचन बोले सन, अपने कोल इन्ना समा नहीं है। गुरु नानक देव साहिब जी महाराजियां नूं आके कहन लग्या महाराज जी वो तो आपां नूं पानी देण वास्ते तैयार नहीं है, वो तो कहले पैंदे तेरे फकीर नूं इत्थे लैके आ, साडी ईन मन्ने भाव साडी गल मन्ने, फिर साडे धर्म दे अंदर प्रवेश होवे भाव साडे दीन मन्ने, गल भी मन्ने साडे धर्म दे अंदर प्रवेश होवे, फिर कदे खूहां तो जाके इस खूह तो तुहानूं असीं पानी देवांगे, वरना असीं तुहानूं पानी नहीं दिंदे। तुहानूं कि असीं किसे नूं पानी नहीं दिंदे आ। ते गुरु नानक देव साहिब जी महाराजियां ने बैठिया बैठिया कहा मरदानिया चल कोई गल नहीं, जे पानी नहीं दिंदे अकाल पुरख महाराज जी भली करनगे। बैठिया बैठिया एक छोटा जिहा पत्थर पिया सी गुरु नानक देव साहब महाराजियां दे कोल, ते अपने खड़ाम दे नाल गुरु नानक देव साहब जी महाराज उस पत्थर नूं चुक्या। ज्यों ही उस पत्थर नूं चुक्या गुरु नानक देव साहब महाराज ने उस दे थल्लियों पानी निकलिया आ, स्वच्छ पानी सुंद बड़ा, ते भाई मरदाने ने पीता, सब ने पीता। गुरु नानक देव साहब जी महाराजियां नूं भाई मरदाना जी कहन लगे महाराज हुणे पत्थर धर के पानी बंद कर दिओ। गुरु नानक देव साहब जी महाराज कहन लगे मरदानिया ये जिहड़ा चीरा निकलिया ना धरती दे विचों, ये अकाल पुरख महाराजियां ने पानी दा चीरा अंदरों इस दे निकलिया है। ये हुण अज तां की रहिंदी सदियां तक भी ये चीरा जिहड़ा बंद नहीं होवेगा। बोलो सतनाम। ये कदे भी पानी बंद नहीं होवेगा। ते ये जदों ये निकलिया ते उस वक्त इन्हां दे खूह दा पानी सुक गया।
ਇਹਨਾਂ ਨੂੰ ਜਦੋਂ ਬੱਕਰੀਆਂ ਚਾਰਦਿਆਂ ਨੂੰ ਇਹਨਾਂ ਨੂੰ ਪਤਾ ਲੱਗਿਆ, ਦੋਨੇ ਭਰਾਵਾਂ ਨੂੰ, ਤੇ ਉੱਥੇ ਆਏ, ਕਹਿਣ ਲੱਗੇ ਜੀ ਤੁਸੀਂ ਇੱਥੇ ਪਾਣੀ ਕੱਢ ਲਿਆ ਤੇ ਸਾਡੇ ਤੇ ਖੂਹ ਦਾ ਪਾਣੀ ਸੁੱਕ ਗਿਆ ਹੈ। ਕਹਿਣ ਲੱਗੇ ਜੇ ਤੁਹਾਡੇ ਖੂਹ ਦਾ ਪਾਣੀ ਇੱਥੇ ਆਉਂਦਾ ਹੈ, ਫਿਰ ਤੁਹਾਡੇ ਖੂਹ ਦੇ ਵਿੱਚੋਂ ਤੇ ਪਾਣੀ ਸੁੱਕਿਆ ਪਿਆ, ਫਿਰ ਇੱਥੇ ਪਾਣੀ ਕਿੱਥੋਂ ਆਈ ਜਾਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਹਾ ਸੀ, ਕਹਿੰਦੇ ਉਹ ਖੂਹ ਤੁਸੀਂ ਲਵਾਇਆ ਸੀ, ਤੁਸੀਂ ਉਸ ਖੂਹ 'ਤੇ ਆਪਣਾ ਕਬਜ਼ਾ ਕਰਕੇ ਰੱਖਿਆ ਹੋਇਆ ਸੀ। ਇਹ ਅਕਾਲ ਪੁਰਖ ਮਹਾਰਾਜੀਆਂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਧਰਤੀ ਦੇ ਵਿੱਚੋਂ ਜਲ ਨਿਕਲਿਆ। ਇਸ ਜਲ ਨੂੰ ਕੋਈ ਰਹਿੰਦੀ ਦੁਨੀਆ ਤੱਕ ਹੁਣ ਬੰਦ ਨਹੀਂ ਕਰ ਸਕਦਾ, ਕੋਈ ਬੰਦ ਨਹੀਂ ਕਰ ਸਕੇਗਾ। ਜਿਸ ਨੂੰ ਅਸੀਂ ਜਦੋਂ ਅਸੀਂ ਹਜ਼ੂਰ ਸਾਹਿਬ ਜਾਂਦੇ ਹਾਂ, ਹਜ਼ੂਰ ਸਾਹਿਬ ਦੀ ਧਰਤੀ ਤੋਂ ਅਸੀਂ ਅਗਾਹਾਂ ਜਾਂਦੇ ਹਾਂ ਤਕਰੀਬਨ 200-250 ਕਿਲੋਮੀਟਰ ਦੇ ਨਾਨਕ ਝੀਰਾ ਜਿਸ ਨੂੰ ਕਹਿੰਦੇ ਆ, ਆਪ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ। ਉਸ ਤੋਂ ਨਾਨਕ ਝੀਰੇ ਤੋਂ ਅਗਾਹਾਂ ਜਾ ਕੇ ਕਦੇ ਆਪ ਸੰਗਤਾਂ ਨੇ ਦੇਖਿਆ ਹੋਣਾ ਕਿ ਉੱਚੀ ਪਹਾੜੀ 'ਤੇ ਇੱਕ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ, ਬਹੁਤ ਵੱਡਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਨਾਨਕ ਝੀਰੇ ਤੋਂ, ਉਹ ਨਜ਼ਰ ਵੀ ਆਉਂਦਾ ਹੈ। ਸ਼ਾਇਦ ਕਿਸੇ ਨੇ ਉੱਥੇ ਦਰਸ਼ਨ ਕੀਤੇ ਹੋਣ। ਉੱਥੇ ਸੀ ਜਿਹੜਾ ਇਹਨਾਂ ਦੋਨੇ ਭਰਾਵਾਂ ਦਾ ਖੂਹ ਸੀਗਾ, ਤੇ ਉਹਨਾਂ ਅਗਾਹਾਂ ਪਹਾੜੀਆਂ 'ਤੇ ਜਾ ਕੇ ਉੱਥੇ ਜਿਹੜੇ ਹਰਨਾਕਸ਼ ਦੇ ਵੀ ਅਨੇਕਾਂ ਜਿਹੜੇ ਉੱਥੇ ਨੇ ਕਿਲਾ, ਤੇ ਹੋਰ ਵੀ ਬੜਾ ਕੁਝ ਉੱਥੇ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਬੰਦ ਨਹੀਂ ਹੋਵੇਗਾ। ਸਮਾਂ ਪਿਆ, ਸਮਾਂ ਪੈ ਕੇ ਉਹ ਜਦੋਂ ਨਿਕਲਦਾ ਰਿਹਾ ਪਾਣੀ ਕੀਮਤੀ ਸੀਗਾ, ਤੇ ਇੱਕੋ ਜਗ੍ਹਾ 'ਤੇ ਪਾਣੀ ਇਕੱਤਰ ਹੁੰਦਾ ਰਿਹਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਨਵਾਬ ਹੈਦਰਾਬਾਦ ਦੀ ਮਦਦ ਕੀਤੀ, ਉਸ ਵਕਤ ਉੱਥੇ ਝਰਨੇ ਦਾ ਜਿਹੜਾ ਸਾਰਾ ਪਾਣੀ ਇਕੱਠਾ ਕੀਤਾ ਗਿਆ, ਤੇ ਫਿਰ ਉਹਦੀ ਜਿਹੜੀ ਸਵੱਛਤਾ ਸੀ ਉਹ ਖਤਮ ਕਰਨ ਵਾਸਤੇ ਕੋਈ ਤਾਂ ਮਨੁੱਖ ਉਹਦੇ ਵਿੱਚ ਆਪ ਨਹਾਉਣ ਲੱਗ ਗਏ, ਕਿਸੇ ਨੇ ਉਹਦੇ ਵਿੱਚ ਪਸ਼ੂ ਨਹਾਉਣੇ ਸ਼ੁਰੂ ਕਰ ਦਿੱਤੇ, ਬੜਾ ਕੁਛ ਕਰਨਾ ਸ਼ੁਰੂ ਕਰ ਦਿੱਤਾ। ਪਰ ਜਿਹੜੇ ਇੱਧਰੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੰਘ ਭੇਜੇ ਸੀਗੇ, ਜਦੋਂ ਉਹਨਾਂ ਨੇ ਇਹ ਗੱਲ ਦੇਖੀ ਕਿ ਇਹ ਤੇ ਇਸ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਝਰਨਾ ਦੇ ਨਿਕਲੇ ਹੋਏ ਦੀ ਇਹ ਬਿਆਬਦੀ ਕਰਦੇ ਨੇ, ਉੱਥੇ ਉਸ ਸਿੰਘ ਨੇ ਇੱਕ ਜਿਹੜਾ ਵਿੱਚ ਨਹਾ ਰਿਹਾ ਸੀਗਾ ਉਹਦੇ ਵਿੱਚ ਉਹਨੂੰ ਬਾਹਰ ਕੱਢ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿ ਤੂੰ ਗੁਰੂ ਨਾਨਕ ਮਹਾਰਾਜ ਦੇ ਇਸ ਝਰਨੇ ਦੀ ਬਿਆਬਦੀ ਕਿਉਂ ਕਰਦਾ ਹੈ। ਉਹ ਗੱਲ ਫਿਰ ਕਾਫੀ ਜਿਹੜੀ ਸੀ ਵੱਧ ਗਈ ਸੀ। ਜਦੋਂ ਉਹ ਗੱਲ ਕਾਫੀ ਲੰਮੇ ਟਾਈਮ ਤੱਕ ਵਧਦੀ ਗਈ, ਉਸ ਤੋਂ ਬਾਅਦ ਸੀ ਜਿਹੜਾ ਫਿਰ ਉਹ ਨਾਨਕ ਝੀਰਾ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਗਿਆ। ਉੱਥੇ ਸਾਰਾ ਸੀ ਜਿਹੜਾ ਅੱਜ ਤੱਕ ਵੀ ਜਿਹੜਾ ਝੀਰਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਪਾਣੀ ਵਗਾਇਆ ਸੀ, ਉਹਨੂੰ ਪੂਰਨ ਰੂਪ ਦੇ ਵਿੱਚ ਸੁੰਦਰਤਾ ਦਾ ਰੂਪ ਅੱਜ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਜਿਹੜੇ ਉਸ ਏਰੀਏ ਦੇ ਲੋਕ ਸਨ ਸਾਰਿਆਂ ਨੂੰ ਪੂਰਾ ਸੁਚੱਜੇ ਢੰਗ ਦੇ ਨਾਲ ਜੀਵਨ ਦਾਨ ਦੇਣ ਵਾਸਤੇ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਸੀ। ਅਕਾਲ ਪੁਰਖ ਮਹਾਰਾਜੀਆਂ ਨੇ ਹਰ ਇੱਕ ਪ੍ਰਾਣੀ ਨੂੰ ਜੀਵਨ ਦਾਨ ਦੇਣ ਵਾਸਤੇ ਮਹਾਨ ਕਿਰਪਾ ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰਦੇ ਹਨ। ਪਰ ਮਨੁੱਖ ਨੂੰ ਦਿੱਤਾ ਤਾਂ ਬਹੁਤ ਕੁਛ ਹੈ, ਪਰ ਇਹ ਜਿੰਨਾ ਚਿਰ ਆਪਣਾ ਭਾਵ ਨਹੀਂ ਨਾ ਗਵਾਉਂਦਾ, ਉਹਨਾਂ ਟਾਈਮ ਇਹਨੂੰ ਪਤਾ ਨਹੀਂ ਲੱਗਦਾ ਕਿ ਅਕਾਲ ਪੁਰਖ ਨੇ ਮੈਨੂੰ ਕਿੰਨਾ ਕੁਛ ਦਿੱਤਾ ਹੋਇਆ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।